किताब विपरन की रीत तो सच दा मार्ग भाग 6वां। लेखक सरदार गुरबख्श सिंह काला अफगाना। दूजे कांड का पहला भाग संस्कार। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। महान कोश अनुसार इसके अर्थ इस प्रकार हैं। नंबर 1 सुधारना, नंबर 2 शुद्ध करना, नंबर 3 किसी कर्म के करन तो पैदा होया ख्याल, नंबर 4 धर्म रीत नाल कीता होया वो कर्म जिसका असर चित्त ते बनिया रहे, जैसे जन्म, अमृत, विआह आदि संस्कार। विद्वानां ने धार्मिक संस्कार 3 प्रकार के मन्ने हैं: उत्तम, मध्यम अते निषिद्ध। भागूड़ा उत्तम संस्कार वो हैं जिन्हां करके करतार की रचना के विरुद्ध कुछ न किया जाए अते जो धार्मिक चिन्ह धारे जाण वो शरीर तथा देश की रखिया का कारण होण, जैसे अमृत संस्कार समय सिख कछ किरपान आदि धारते हैं। भागैड़ा मध्यम संस्कार वो हैं जिन्हां द्वारा वाहिगुरू की रचना की शक्ल बिगाड़ी जाए अथवा चिन्ह ऐसे धारे जाण जिन्हां तो शरीर अते देश नूं कोई लाभ न पहुँचे, जैसे जटा, भस्म, जनेऊ, कंठी आदि लोग धारण करते हैं। भाग ईड़ी निषिद्ध संस्कार वो हैं जिन्हां करके सिरजणहार की रचना खंडित की जाए अते देह अथवा देश का कोई हित ना हो सके, जैसे जोगियां का करण वेद, सुन्नत, खतना, मुंडन आदि। सारिया धर्मां, मसमां अते मतां ने अपने ढंग दे आपो अपने ते वक्खो वखरे संस्कार मिथे हुए हैं। साडा मंतव ब्राह्मणी संस्कारां वालियां रीतां नूं गुरमत की कसवटी ते परख के सिख नूं सुचेत करन नाल है। इसलिए हिंदू मत के संस्कारां दा ही संखेप वर्णन करना इस विषय का भाग भी है अते पाठकां की जानकारी लिए जरूरी भी। ब्राह्मण के लिखे धर्म शास्त्र अनुसार 16 संस्कार ये हैं। नंबर 1 गर्भधान, नंबर 2 पुन वसन, नंबर 3 सीमंत, नंबर 4 जात कर्म, नंबर 5 नाम कर्म, नंबर 6 निष्कर्म, नंबर 7 अनप्रसारण, नंबर 8 चूड़ाकरण मुंडन, नंबर 9 कर्णभेद, नंबर जग यज्ञोपवीत जनेऊ जंजू, नंबर 11 वेदारंभ, नंबर 12 मृतक, नंबर 13 विवाह, नंबर 14 गृहस्थाश्रम, नंबर 5 वानप्रस्थाश्रम, नंबर 16 संन्यासाश्रम। ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਪੁਸਤਕ ਭੁਪਿੰਦਰਾਨੰਦ ਦੇ 34 ਸਫ਼ੇ ਦੇ ਹਿੰਦੂ ਧਰਮ ਦੇ ਕਾਨੂੰਨ ਦੇ ਗ੍ਰੰਥ ਸਿਮਰਤੀ ਅਨੁਸਾਰ 16 ਸੰਸਕਾਰ ਇਉਂ ਲਿਖੇ ਹਨ: ਨਿੰਮਣ, ਜੰਮਣ, ਝੱਗਾ ਪੁੰਨ, ਨਾਮ ਧਰਨ, ਕ੍ਰਿਤ ਚੂੜ, ਵਿਦਿਆ, ਅੰਮ੍ਰਿਤ, ਮੰਗਣੀ, ਵਿਆਹ, ਗੁਰੂ ਗ੍ਰਹਿ ਰੂੜ, ਛਠੀ, ਕਰੇਵਾ, ਮ੍ਰਿਤਕ ਪੁੰਨ, ਯਾਤਰਾ, ਸੁਧੀ ਵਿਚਾਰ, ਕਰਨ ਵੇਦ, ਉਨਿਆਨ ਇਹ ਖੋੜ ਸਹਿ ਸੰਸਕਾਰ। ਸੰਸਕਾਰ ਅਤੇ ਗੁਰਮਤ। ਸੰਸਕਾਰ ਸੰਸਕ੍ਰਿਤ ਦਾ ਲਫ਼ਜ਼ ਹੈ। ਗੁਰਬਾਣੀ ਵਿੱਚ ਸੰਸਕ੍ਰਿਤ ਦੇ ਬੇਅੰਤ ਸ਼ਬਦ ਹਨ। ਸ਼ਲੋਕ, ਸਹਿਸਕ੍ਰਿਤੀ ਅਤੇ ਗਾਥਾ ਆਦਿ ਬਾਣੀਆਂ ਸੰਸਕ੍ਰਿਤ ਭਾਸ਼ਾ ਨਾਲ ਸੰਬੰਧ ਰੱਖਦੀਆਂ ਹਨ। ਇਸ ਦਾ ਕੀ ਕਾਰਨ ਸੀ ਜੋ ਸਤਿਗੁਰਾਂ ਨੇ ਗੁਰਬਾਣੀ ਵਿੱਚ ਸੰਸਕਾਰ ਲਫ਼ਜ਼ ਦੀ ਵਰਤੋਂ ਕਿਸੇ ਥਾਂ ਨਹੀਂ ਕੀਤੀ? ਨਿਰਸੰਦੇਹ ਇਸ ਲਈ ਕਿ ਸੰਸਕਾਰ ਸ਼ਬਦ ਦਾ ਬ੍ਰਾਹਮਣ ਨੇ ਬੜਾ ਦੁਰਉਪਯੋਗ ਕੀਤਾ ਹੋਇਆ ਸੀ। ਸੰਸਕਾਰਾਂ ਦੇ ਕਰਮਕਾਂਡੀ ਰਿਵਾਜ਼ਾਂ ਦੇ ਬਹਾਨੇ ਲੁੱਟ ਦੀ ਬੜੀ ਲੰਮੀ ਅਤੇ ਘਿਣਾਵਣੀ ਯੋਜਨਾ ਚਲਾਈ ਹੋਈ ਸੀ। ਗਰਭ ਸੰਸਕਾਰਾਂ ਤੋਂ ਹੀ ਬ੍ਰਾਹਮਣ ਦੀ ਪੱਤਰੀ ਅਤੇ ਮੰਤਰ ਜਾਪਾਂ ਦੀ ਫੀਸ ਅਤੇ ਕਰਮਕਾਂਡੀ ਸ਼ਗਨਾਂ ਦੇ ਖਰਚ ਮਨੁੱਖ ਨੂੰ ਘੇਰਾ ਪਾ ਲੈਂਦੇ ਸਨ। ਫਿਰ ਜਾਤਕ ਸੰਸਕਾਰਾਂ ਦਾ ਅਤੇ ਭਦਨ ਅਥਵਾ ਮੁੰਡਨ ਆਦਿ ਸੰਸਕਾਰਾਂ ਦਾ ਝਮੇਲਾ ਵੀ ਧਨ ਦਾ ਹੀ ਨਾਸ ਸੀ। ਇਹ ਸੰਸਕਾਰ ਜਨਮ ਤੋਂ ਪਿੱਛੋਂ ਪ੍ਰਾਣੀ ਦੀ ਸਦਗਤੀ ਦੇ ਬਹਾਨੇ ਸ਼ਰਾਧਾਂ ਦੇ ਰੂਪ ਵਿੱਚ ਕਈ ਪੀੜ੍ਹੀਆਂ ਤੱਕ ਪਿੱਛਾ ਨਹੀਂ ਸਨ ਛੱਡਦੇ। ਸਤਿਗੁਰੂ ਜੀ ਇਹਨਾਂ ਭਰਮਾਂ ਭੁਲੇਖਿਆਂ ਵਾਲੇ ਫੋਕਟ ਕਰਮਾਂ ਤੋਂ ਮਨੁੱਖ ਨੂੰ ਮੁਕਤੀ ਦਿਵਾ ਕੇ ਸ਼ੁੱਧ ਸਰੂਪ ਪਰਮਾਤਮਾ ਦਾ ਰੂਪ ਹੀ ਬਣਿਆ ਵੇਖਣ ਦੀ ਸੱਧਰ ਲੈ ਕੇ ਆਏ ਸਨ। ਗੁਰੂ ਦੀ ਮਰਜ਼ਾਦਾ ਵਿੱਚ ਕਰਮਕਾਂਡੀ ਅਤੇ ਹੰਕਾਰ ਪੈਦਾ ਕਰਨ ਵਾਲੇ ਕਿਸੇ ਸੰਸਕਾਰ ਨੂੰ ਕੋਈ ਥਾਂ ਨਹੀਂ ਸੀ। ਸਤਿਗੁਰਾਂ ਨੇ 5 ਭੂਤਕ ਅਥਵਾ ਮਨੁੱਖਾ ਸਰੀਰ ਦੇ ਵਿਛੋੜੇ ਦੇ ਥੋੜ੍ਹੇ ਸਾਲ ਹੀ ਮਗਰੋਂ ਉਦਾਸੀਆਂ ਨੇ
ਅਥਵਾ ਸਿੱਖ ਸਾਧਾਂ, ਸਿੱਖ ਸੰਪਰਦਾਇਆਂ, ਸਿੱਖ ਨਿਰਮਲਿਆਂ ਆਦਿ ਅੱਡ-ਅੱਡ ਬਾਣੀਆਂ ਵਿੱਚ ਵੜੇ ਹੋਏ ਸੰਸਕਾਰਾਂ ਦੇ ਬ੍ਰਾਹਮਣੀ ਕਰਮਕਾਂਡਾਂ ਦੇ ਜਿਉਂਦੇ ਜਾਗਦੇ ਪ੍ਰਤੱਖ ਰੂਪ ਕਥਿਤ ਮਹਾਂਪੁਰਖ ਪੰਥ ਦੀ ਨਿਆਰੀ ਜੀਵਨ ਜੁਗਤ ਅਤੇ ਨਿਆਰੀ ਮਰਜ਼ਾਦਾ, ਨਿਆਰੇ ਖਾਲਸਾ ਪੰਥ ਦੀ ਸੁੰਦਰਤਾ ਭਰਪੂਰ ਨਿਆਰੀ ਨੂੰ ਹਾਰਦਾ ਘੁੱਟ ਭਰ ਕੇ ਗੁਰਸਿੱਖ ਨੂੰ ਬ੍ਰਾਹਮਣੀ ਰੀਤੀ ਰਿਵਾਜ ਨਾਲ ਜੋੜ ਕੇ ਸਤਿਗੁਰਾਂ ਦੀਆਂ ਨਜ਼ਰਾਂ ਵਿੱਚ ਪੂਰੀ ਤਰ੍ਹਾਂ ਬੇਪਰਤੀਤਾ ਬਣਾ ਦੇਣ ਲਈ ਪੰਥ ਦੇ ਧਾਰਮਿਕ ਆਗੂ ਆ ਬਣੇ। ਜਿਸ ਮੰਦਭਾਗੇ ਦਿਹਾੜੇ ਤੋਂ ਪੰਥ ਨੇ ਇਹਨਾਂ ਧਰਮ ਆਗੂਆਂ ਨੂੰ ਆਪਣਾ ਆਗੂ ਮੰਨ ਲਿਆ, ਪੰਥ ਦੇ ਜਲਾਲ ਦੀ ਨਿਆਰੀ ਆਭਾ ਉਸੇ ਦਿਨ ਤੋਂ ਧੁੰਦਲੀ ਹੋਣੀ ਆਰੰਭ ਹੋ ਗਈ ਸੀ। ਇਉਂ ਮਾਲੂਮ ਹੋ ਰਿਹਾ ਹੈ ਕਿ ਸਿੱਖਾਂ ਦਾ ਜਥੇਦਾਰ ਅੱਜ ਪੂਰੀ ਤਰ੍ਹਾਂ ਵਿਪਰੀ ਸਾਧਾਂ ਦਾ ਏਜੰਟ ਬਣ ਖਲੋਤਾ ਹੋਇਆ ਹੈ। ਪਰ ਕਰਮਕਾਂਡੀ ਬੰਧਨਾਂ ਦੇ ਪੱਖੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਤੈਂਡੀ ਬੰਦਸ਼ ਮੈਂ ਕੋਏ ਨਾ, ਡਿੱਠਾ ਤੂੰ ਨਾਨਕ ਮਨ ਭਾਣਾ, ਘੋਲ ਘਮਾਈ ਤੇ ਸਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਪੰਨਾ 964। ਵਿਪਰਵਾਦੀ ਸੰਸਕਾਰਾਂ ਦੀ ਝਲਕ। ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਵਿਸਥਾਰ ਨਾਲ ਵਿਚਾਰਿਆ ਗਿਆ ਹੈ ਕਿ ਬ੍ਰਾਹਮਣ ਦੀ ਬਣਾਈ ਸਾਰੀ ਧਾਰਮਿਕ ਮਰਜ਼ਾਦਾ ਦਾ ਆਧਾਰ ਕੇਵਲ ਲੁੱਟ ਨੀਤੀ ਹੈ। ਹਿੰਦੂ ਧਰਮ ਦੀ ਲਗਭਗ ਸਾਰੀ ਧਰਮ ਮਰਜ਼ਾਦਾ ਵਪਾਰਕ ਹੈ। ਆਪ ਕੀ ਦੇਣਾ ਤੇ ਉਸ ਦੇ ਵੱਟੇ ਅੱਗੋਂ ਕੀ ਮਿਲਦਾ ਹੈ। ਵੇਦਾਂ ਸ਼ਾਸਤਰਾਂ ਵਾਲੇ ਪ੍ਰਕਰਣ ਵਿੱਚ ਖੋਲ੍ਹ ਕੇ ਦੱਸਿਆ ਗਿਆ ਹੈ ਕਿ ਹਿੰਦੂ ਧਰਮ ਦਾ ਅਜਿਹਾ ਕੋਈ ਵੀ ਗ੍ਰੰਥ ਨਹੀਂ ਜਿਸ ਵਿੱਚ ਬ੍ਰਾਹਮਣ ਨੂੰ ਦਾਨ ਦੇਣ ਦੇ ਵੱਟੇ ਆਰਥਿਕ ਜਾਂ ਪਰਮਾਰਥਿਕ ਲਾਭ ਦੀ ਪ੍ਰਾਪਤੀ ਬਾਰੇ ਨਾ ਲਿਖਿਆ ਹੋਵੇ। ਇਹਨਾਂ ਗ੍ਰੰਥਾਂ ਨੂੰ ਗਹੁ ਨਾਲ ਪੜ੍ਹੀਏ ਤਾਂ ਸਿੱਧ ਹੁੰਦਾ ਹੈ ਕਿ ਬ੍ਰਾਹਮਣ ਦੀ ਬਣਾਈ ਹਿੰਦੂ ਧਰਮ ਦੀ ਹਰ ਮਰਜ਼ਾਦਾ ਬ੍ਰਾਹਮਣ ਨੂੰ ਦਾਨ ਦੇਣ ਤੇ ਧਰਮ ਕਰਮ ਬਣ ਰਹੀ ਹੁੰਦੀ ਹੈ। ਹਿੰਦੂ ਧਰਮ ਵਿੱਚ ਬੱਚੇ ਦੇ ਗਰਭ ਵਿੱਚ ਆਉਣ ਸਮੇਂ ਤੋਂ ਹੀ ਬ੍ਰਾਹਮਣ ਦੀ ਫੀਸ ਆਰੰਭ ਹੋ ਜਾਂਦੀ ਹੈ। ਧਰਮ ਗ੍ਰੰਥਾਂ ਦੇ ਆਧਾਰ 'ਤੇ ਫਿਲਮਾਈ ਗਈ ਰਾਮਾਇਣ ਗਾਥਾ ਦੀਆਂ ਵੀਡੀਓ ਰੀਲਾਂ ਵਿੱਚ ਸ੍ਰੀ ਰਾਮਚੰਦਰ, ਉਹਨਾਂ ਦੇ 3 ਭਾਈਆਂ ਦੇ ਅਤੇ ਫਿਰ ਸ੍ਰੀ ਰਾਮ ਜੀ ਦੇ ਸੁਪੁੱਤਰਾਂ ਦੇ ਗਰਭ ਵਿੱਚ ਆਉਣ ਦੇ ਗਰਭ ਸੰਸਕਾਰ ਸਮੇਂ ਅਤੇ ਫਿਰ ਇਹਨਾਂ ਦੇ ਜਨਮ ਤੇ ਜਾਤਕ ਸੰਸਕਾਰ ਸਮੇਂ ਬ੍ਰਾਹਮਣ ਰਿਸ਼ੀਆਂ ਦੀ ਪ੍ਰਧਾਨਗੀ ਅਤੇ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਦੇ ਦ੍ਰਿਸ਼ ਸੀਨ ਫਿਲਮਾਏ ਹੋਏ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਬ੍ਰਾਹਮਣ ਵਿਦਵਾਨ ਜੀ ਨੇ ਹਿੰਦੂ ਬੱਚੇ ਦੇ ਗਰਭ ਵਿੱਚ ਆਉਣ ਸਮੇਂ ਤੋਂ ਹੀ ਆਪਣੀ ਫੀਸ ਆਰੰਭ ਕਰ ਲੈਣ ਲਈ ਸੰਸਕਾਰਾਂ ਰੂਪੀ ਵਿਧਾਨ ਹਿੰਦੂ ਧਰਮ ਦਾ ਹਿੱਸਾ ਬਣਾ ਲਿਆ ਸੀ। ਇਸ ਤਰ੍ਹਾਂ ਇਹਨਾਂ ਰੀਤੀ ਰਿਵਾਜਾਂ ਵਾਲੀ ਮਰਜ਼ਾਦਾ ਅਤੇ ਰਾਮ ਰੱਬ ਜੀ ਦੀ ਮੋਹਰ ਲੱਗ ਜਾਣ ਦੇ ਕਾਰਨ ਹਿੰਦੂਆਂ ਦੇ ਸਮਾਜਿਕ ਰੀਤੀ ਰਿਵਾਜ ਦਾ ਸੰਗ੍ਰਹਿ ਹੀ ਹਿੰਦੂ ਧਰਮ ਬਣ ਗਿਆ। ਗਰਭ ਵਿੱਚ ਆਉਣ ਸਮੇਂ ਤੋਂ ਆਰੰਭ ਹੋ ਕੇ ਮੌਤ ਦੇ ਸਮੇਂ ਦੇ ਸੰਸਕਾਰ ਅਤੇ ਫਿਰ ਮਰਨ ਦੇ ਪਿੱਛੋਂ ਕਿਰਿਆ ਕਰਮ ਦੇ ਸਾਰੇ ਸੰਸਕਾਰ ਬ੍ਰਾਹਮਣ ਦੀ ਆਮਦਨ ਦਾ ਪੱਕਾ ਸਾਧਨ ਬਣਦੇ ਰਹੇ। ਹੌਲੀ ਹੌਲੀ ਇਹੀ ਰੀਤੀ ਰਿਵਾਜ ਰੂਪ ਸੰਸਕਾਰ ਧਰਮ ਕਰਮ ਬਣ ਗਏ। ਮ੍ਰਿਤਕਾਂ ਦੀ ਕਲਿਆਣ ਦੇ ਸਾਧਨ ਅਥਵਾ ਸਵਰਗਾਂ ਵਿੱਚ ਸੁੱਖ ਲੈਣ ਦੇ ਸਬੱਬ ਮੰਨੇ ਗਏ। ਗੁਰਮਤਿ ਵਿੱਚ ਕੇਵਲ ਉਹਨਾਂ ਸੰਸਕਾਰਾਂ ਦਾ ਜ਼ਿਕਰ ਹੈ ਜਿਹੜੇ ਉਪਰੋਕਤ ਵਰਣਨ ਮਹਾਨ ਕੋਸ਼ ਦੇ ਅਰਥਾਂ ਵਿੱਚ ਤੀਸਰੇ ਨੰਬਰ 'ਤੇ ਲਿਖੇ ਹਨ, ਅਰਥਾਤ ਮਨੁੱਖ ਦੇ ਚੰਗੇ ਮਾੜੇ ਕਰਮਾਂ ਨਾਲ ਜਾਂ ਚੰਗੇ ਮਾੜੇ ਵਿਚਾਰਾਂ ਨਾਲ ਜਿਹੜਾ ਅਸਰ ਮਨੁੱਖ ਦੀ ਆਤਮਾ ਕਬੂਲ ਕਰ ਲੈਂਦੀ ਹੈ, ਉਹਨਾਂ ਨੂੰ ਹੀ ਗੁਰਬਾਣੀ ਦੇ ਟੀਕਾਕਾਰਾਂ ਨੇ ਸੰਸਕਾਰ ਕਿਹਾ ਹੈ। ਆਤਮਾ 'ਤੇ ਪਿਆ ਹੋਇਆ ਉਹੀ ਪ੍ਰਭਾਵ ਸਮੇਂ ਨਾਲ ਮਨੁੱਖ ਦਾ ਪੱਕਾ ਸੁਭਾਅ ਬਣ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਉਂ ਕਹਿ ਲਈਏ ਕਿ ਜੀਵ ਦੇ ਕਰਮਾਂ ਨਾਲ ਜਿਹੜੇ ਲੇਖ ਜ਼ਮੀਰ, ਆਤਮਾ, ਮਨ ਅਥਵਾ ਆਤਮਾ 'ਤੇ ਉਕਰੇ ਜਾਂਦੇ ਹਨ, ਉਹਨਾਂ ਨਾਲ ਉਹੀ ਸੰਸਕਾਰ ਇੰਨੇ ਡੂੰਘੇ ਹੋ ਜਾਂਦੇ ਹਨ ਕਿ ਕਈ ਜਨਮਾਂ ਵਿੱਚ ਵੀ ਨਹੀਂ ਮਿਟਦੇ। ਲੇਖ ਨਾ ਮਿਟਈ ਹੈ ਸਖੀ। ਪੰਨਾ 937। ਇਹਨਾਂ ਸੰਸਕਾਰਾਂ ਦੁਆਰਾ ਬਣੀਆਂ ਆਦਤਾਂ ਅਗਲੇ ਜਨਮ ਵਿੱਚ ਆਪਣਾ ਅਸਰ ਵਿਖਾਈ ਰੱਖਦੀਆਂ ਹਨ। ਇਸ ਸਿਧਾਂਤ ਪ੍ਰਤੀ ਪੂਰੀ ਗੁਰਮਤਿ ਵਿਚਾਰ ਅਗਲੇ ਸਫ਼ਿਆਂ 'ਤੇ ਕਰਮ ਫਲ ਲੇਖ ਵਿੱਚ ਕੀਤੀ ਗਈ ਹੈ। ਸੰਸਕਾਰ ਸ਼ਬਦ ਦੀ ਵਰਤੋਂ ਤੋਂ ਬਿਨਾਂ ਜਿਵੇਂ ਕਰ ਕਰ ਕਰਨਾ ਲਿਖ ਲੈ ਜਾਹੋ, ਜਪਜੀ ਸਾਹਿਬ, ਨਾਨਕ ਪੂਰਬ ਲਿਖਿਆ ਕਮਾਵਣਾ, ਪੰਨਾ 84, ਤੇਹਾ ਹੋਵੈ ਜਿਹੇ ਕਰਮ ਕਮਾਏ, ਪੰਨਾ 363, ਪਿਆ ਕਿਰਤ ਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਪੰਨਾ 280। ਗੁਰਬਾਣੀ ਵਿੱਚ ਇਹਨਾਂ ਲੇਖਾਂ ਰੂਪੀ ਸੰਸਕਾਰਾਂ ਦਾ ਕਈ ਵਾਰ ਜ਼ਿਕਰ ਆਉਂਦਾ ਹੈ। ਅਗਲੇ ਸਫ਼ਿਆਂ 'ਤੇ ਅਸੀਂ ਸਮਝਾਂਗੇ ਕਿ ਇਹਨਾਂ ਲੇਖਾਂ ਅਨੁਸਾਰ ਜੀਵ ਆਤਮਾ ਪ੍ਰਭੂ ਵਿੱਚ ਅਭੇਦ ਹੁੰਦੀ ਹੈ ਅਤੇ ਇਹਨਾਂ ਸੰਸਕਾਰਾਂ ਦੇ ਕਾਰਨ ਹੀ ਜਨਮ ਮਰਨ ਦੇ ਗੇੜ ਵਿੱਚ ਪਏ ਰਹੀਦਾ ਹੈ। ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣੀ ਕਰਮਕਾਂਡੀ ਜਾਲ ਵਿੱਚ ਫਸੇ ਰਹਿਣ ਦੇ ਕਾਰਨ
ਕਈ ਪੀੜ੍ਹੀਆਂ ਤੋਂ ਜਿਹੜੇ ਸੰਸਕਾਰਾਂ ਰੂਪੀ ਲੇਖ ਅਸੀਂ ਲਿਖ ਲਏ ਹੋਏ ਹਨ, ਉਹਨਾਂ ਦੇ ਅਸਰ ਤੋਂ ਛੁਟਕਾਰਾ ਪਾਉਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਆ ਨਿਆਰਾ ਗਿਆਨ ਇੱਕ ਕਾਰੀ ਦਾਰੂ ਸਾਨੂੰ ਪ੍ਰਾਪਤ ਹੋਇਆ ਸੀ। ਪਰ ਅਸੀਂ ਉਸ ਗਿਆਨ ਨਾਲੋਂ ਟੁੱਟ ਗਏ ਅਤੇ ਪ੍ਰੋਹਤਵਾਦੀ ਮਰਜ਼ਾਦਾ ਵਾਲੇ ਪੁਰਾਣੇ ਸੰਸਕਾਰ ਸਾਡੇ ਅੰਦਰ ਫਿਰ ਜਾਗ ਪਏ। ਵੱਡਾ ਦੁਖਦਾਈ ਭਾਣਾ ਇਹ ਵਰਤ ਚੁੱਕਾ ਹੈ ਕਿ ਅਸੀਂ ਬ੍ਰਾਹਮਣੀ ਸੰਸਕਾਰਾਂ ਨੂੰ ਹੀ ਗੁਰਮਤਿ ਮੰਨ ਬੈਠੇ ਹੋਏ ਹਾਂ। ਸ਼ਕਲ ਜ਼ਰੂਰ ਬਦਲ ਲਈ ਹੈ, ਪਰ ਰੀਤੀ ਰਿਵਾਜ ਅਥਵਾ ਸੰਸਕਾਰਾਂ ਦਾ ਸਾਰਾ ਬੰਧਨ ਬਿਲਕੁਲ ਪ੍ਰੋਹਤਵਾਦੀ ਹੀ ਹੈ। ਅਕਾਲ ਪੁਰਖ ਦੇ ਬਣੇ ਨਿਯਮ ਅਨੁਸਾਰ ਖਾਸ ਉਮਰ ਵਿੱਚ ਬੀਬੀਆਂ ਨੂੰ ਮਾਹਵਾਰੀ ਆਉਣੀ ਆਰੰਭ ਹੋ ਜਾਂਦੀ ਹੈ, ਪਰ ਪ੍ਰੋਹਤਾ ਦੇ ਪਾਏ ਭਰਮ ਦੇ ਅਸਰ ਹੇਠ ਸਿੱਖ ਘਰਾਣਿਆਂ ਵਿੱਚ ਵੀ ਇੰਨੀ ਦਿਨੀ ਬੀਬੀ ਨੂੰ ਅਪਵਿੱਤਰ ਮੰਨਿਆ ਜਾ ਰਿਹਾ ਹੁੰਦਾ ਹੈ। ਇੱਥੋਂ ਤੱਕ ਕਿ ਉਹਨਾਂ ਦਿਨਾਂ ਵਿੱਚ ਬੀਬੀ ਨੂੰ ਗੁਰਬਾਣੀ ਦਾ ਪਾਠ ਕਰਨ ਤੋਂ ਅਤੇ ਗੁਰਦੁਆਰੇ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੁੰਦਾ ਹੈ। ਗਰਭਵਤੀ ਹੋਣ 'ਤੇ ਕਈ ਸਿੱਖ ਘਰਾਣਿਆਂ ਵਿੱਚ ਅਨੇਕ ਤਰ੍ਹਾਂ ਦੇ ਸ਼ਗਨ ਕੀਤੇ ਜਾ ਰਹੇ ਹੁੰਦੇ ਹਨ। ਅਜਿਹੇ ਭਰਮ ਵਿਪਰਨ ਕੀ ਰੀਤ ਹਨ ਅਤੇ ਗੁਰੂ ਦੇ ਸਿੱਖ ਨੂੰ ਆਪਣੇ ਸਤਿਗੁਰਾਂ ਦੀ ਨਜ਼ਰ ਵਿੱਚ ਬੇਪਰਤੀਤਾ ਬਣਾ ਰਹੇ ਹੁੰਦੇ ਹਨ। ਸੰਤਾਨ ਪ੍ਰਾਪਤੀ ਦੀ ਖੁਸ਼ੀ ਬੱਚੇ ਦੀ ਅਣਹੋਂਦ ਗ੍ਰਸਥ ਜੀਵਨ ਨੂੰ ਫਿੱਕਾ ਬਣਾਈ ਰੱਖਦੀ ਹੈ। ਕਈ ਵਾਰੀ ਪਤੀ ਪਤਨੀ ਵਿੱਚ ਪਏ ਹੋਏ ਪਾੜੇ ਬੱਚੇ ਦਾ ਜਨਮ ਦੋਹਾਂ ਵਿੱਚ ਪਿਆਰ ਬਣਾ ਦਿੰਦਾ ਹੈ। ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੇ ਸੰਸਾਰ, ਪੰਨਾ 143। ਬੱਚੇ ਦੇ ਗਰਭ ਵਿੱਚ ਆਉਣ ਤੋਂ ਮਾਪਿਆਂ ਨੂੰ ਖੁਸ਼ੀ ਹੋ ਜਾਣੀ ਕੁਦਰਤੀ ਗੱਲ ਹੈ। ਬੱਚੇ ਦੇ ਜਨਮ 'ਤੇ ਉਸ ਤੋਂ ਦੁੱਗਣੀ ਚੌਗਣੀ ਉਚੇਚੀ ਖੁਸ਼ੀ ਕਿਵੇਂ ਨਾ ਹੋਵੇ, ਪਰ ਇਸ ਖੁਸ਼ੀ ਦੇ ਸਾਂਝੀਵਾਲ ਅਜਿਹੇ ਝੋਲੀ ਚੁੱਕ ਮਨਮੁਖਾਂ ਨੂੰ ਨਹੀਂ ਬਣਾਉਣਾ ਚਾਹੀਦਾ ਜਿਹੜੇ ਨਿਰੇ ਸੁੱਖ ਅਤੇ ਖਾਣ ਪੀਣ ਦੇ ਹਿਜ਼ਾਰ ਹੋਣ ਅਤੇ ਦੁੱਖ ਦੇ ਸਮੇਂ ਨੂੰ ਆਉਂਦਾ ਵੇਖ ਕੇ ਦੂਰੋਂ ਹੀ ਖਿਸਕ ਜਾਣ। ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਧ ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨ ਹੋਵਈ ਤਿਤ ਦਿਨ ਬੋਲਣ ਗੰਧ, ਜੀ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧ, ਕੂੜਾ ਗੰਢ ਨ ਚੱਲਈ ਕਿਚੜ ਪੱਥਰ ਬੰਧ, ਅੰਧੇ ਆਪ ਨ ਜਾਣਨੀ ਫੱਕੜ ਪਿੱਟਣ ਧੰਦ, ਝੂਠੇ ਮੋਹ ਲਪਟਾਇਆ ਹਉ ਕਰਤ ਬਿਹੰਦ, ਕਿਰਪਾ ਕਰੇ ਜਿਸੇ ਆਪਣੀ ਤੁਰ ਪੂਰਾ ਕਰਮ ਕਰੇ, ਜਾਂ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸ਼ਰਨ ਪਰੇ, ਪੰਨਾ 959। ਅਜਿਹੀ ਸਿੱਖਿਆ ਦੇ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦੇ ਘਰਾਂ ਵਿੱਚ ਬੱਚੇ ਦੇ ਜਨਮ ਦੀ ਖੁਸ਼ੀ ਦੇ ਪ੍ਰਗਟਾਵੇ ਦਾ ਢੰਗ ਸਗੋਂ ਹੋਰ ਵੀ ਨਿਰਾਲਾ ਹੈ। ਪਿੰਡਾਂ ਵਿੱਚ ਕਿਸੇ ਕੋਠੇ 'ਤੇ ਅਚਨਚੇਤ ਕੰਨ ਪਾੜੂ ਰੌਲਾ ਪਾਉਣ ਵਾਲਾ ਸਪੀਕਰ ਘਰ ਵਿੱਚ ਲੜਕਾ ਪੈਦਾ ਹੋਣ ਦਾ ਸੂਚਕ ਬਣ ਖਲੋਂਦਾ ਹੈ। ਅਵਲ ਤਾਂ ਸਾਰੇ ਪਿੰਡ ਦੀ, ਨਹੀਂ ਤਾਂ ਅੱਧੇ ਲੋਕਾਂ ਦੀ ਨੀਂਦ ਅਤੇ ਸ਼ਾਂਤੀ ਦਾ ਘੁੱਟ ਭਰੀ ਜਾਣ ਵਾਲੇ ਚੌਂਦੇ ਚੌਂਦੇ ਇੱਕ ਟੱਕ ਲੱਗ ਰਹੇ ਤੀਵੀਆਂ ਦੇ ਰੌਲੇ ਵਿੱਚ ਕਿਤੇ ਕਿਤੇ ਸ਼ਰਾਬੀਆਂ ਦੀਆਂ ਚਾਂਗਰਾਂ ਸੁਣੀਆਂ ਜਾ ਰਹੀਆਂ ਹੁੰਦੀਆਂ। ਫਿਰ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਦਾ ਢੁੱਚਰ ਖੜਾ ਕਰਕੇ ਅਖੰਡ ਪਾਠ ਕਰਾਉਣ ਦਾ ਪੁੰਨ ਕਰਮ ਕੀਤਾ ਜਾਣ ਦੇ ਸਮਾਗਮ ਦੀ ਗਹਿਮਾ ਗਹਿਮੀ ਆਰੰਭ ਹੋ ਜਾਂਦੀ ਹੈ। ਅਜਿਹਾ ਅਖੰਡ ਪਾਠ ਅਸਲ ਵਿੱਚ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਵਰਤ ਕੇ ਬ੍ਰਾਹਮਣਚਾਰੀ ਸਮਾਗਮ ਰਚਿਆ ਗਿਆ ਹੁੰਦਾ ਹੈ। ਵਧਾਈਆਂ ਦੇ ਤੋਹਫੇ ਗਿਫਟ ਲਏ ਦਿੱਤੇ ਜਾ ਰਹੇ, ਹੰਕਾਰ ਨੂੰ ਪੱਠੇ ਪਾਏ ਜਾ ਰਹੇ ਹੁੰਦੇ ਹਨ। ਉਹ ਘੜੀ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣ ਵਾਲੀ ਹੁੰਦੀ ਹੈ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਆਪਣੀ ਮਰਜ਼ੀ ਨਾਲ ਚੁਣਿਆ ਮੁੱਖ ਵਾਕ ਸੁਣਾਉਣ ਤੋਂ ਪਹਿਲਾਂ ਭਾਈ ਜੀ ਗਲ ਵਿੱਚ ਪੱਲਾ ਪਾਈ ਸਤਿਗੁਰਾਂ ਦੇ ਸਾਹਮਣੇ ਖਲੋਤੇ ਘਰ ਵਾਲਿਆਂ ਦੇ ਸੋਹਲੇ ਗਾਉਂਦੇ ਹੋਏ ਇਹ ਫੁਰਮਾ ਰਹੇ ਹੁੰਦੇ ਹਨ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਸੱਚੇ ਸੇਵਕ ਨੇ ਆਪ ਜੀ ਦਾ ਧੰਨਵਾਦ ਕਰਨ ਲਈ ਆਪ ਜੀ ਦਾ ਜਿਹੜਾ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਸੀ, ਉਹ ਇਸ ਸਮੇਂ ਭਾਵੇਂ ਗੁਰਬਾਣੀ ਦਾ ਇੱਕ ਅੱਖਰ ਵੀ ਇਹਨਾਂ ਦੇ ਪੱਲੇ ਨਹੀਂ ਪਿਆ, ਭਾਵੇਂ ਪਾਠ ਦੀ ਲੇਟ ਕੱਢਣ ਦੀ ਦੌੜ ਵਿੱਚ ਪਾਠੀ ਵੀ ਕੁਤਰ ਵੱਢ ਹੀ ਕਰੀ ਗਏ, ਭਾਵੇਂ ਤਿੰਨੇ ਦਿਨ ਘਰ ਦਾ ਵਾਤਾਵਰਣ ਸ਼ਰਾਬ ਦੀ ਬਦਬੂ ਨਾਲ ਸੜਾਂਦ ਮਾਰਦਾ ਰਿਹਾ ਹੈ, ਭਾਵੇਂ ਘਰ ਵਾਲਿਆਂ ਵਿੱਚੋਂ ਕੋਈ ਇੱਕ ਜੀਅ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਨਹੀਂ ਬੈਠਾ, ਭਾਵੇਂ ਮੈਂ ਵੀ ਭੋਗ ਪੈਂਦਿਆਂ ਤੁਹਾਡਾ ਹੁਕਮਨਾਮਾ ਚੁਣ ਕੇ ਰੱਖ ਲਿਆ ਹੋਇਆ ਹੈ, ਫਿਰ ਵੀ ਪਾਠ ਬਿਲਕੁਲ ਨਿਰਵਿਘਨ ਸਮਾਪਤ ਹੋਇਆ। ਸੇਵਕਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਹੀ ਟਿਕਾਈ ਰੱਖਣਾ ਅਤੇ ਨਵੇਂ ਜਨਮੇ ਕਾਕੇ ਨੂੰ ਲੰਬੀ ਸਾਰੀ ਉਮਰ ਬਖਸ਼ਣੀ ਤੇਰੇ ਘਰ ਦੇ ਸੱਚੇ ਸ਼ਰਧਾਲੂਆਂ ਨੇ ਪਾਠੀਆਂ ਲਈ ਅਤੇ ਤੇਰੇ ਘਰ ਦੇ ਇਸ ਨਿਮਾਣੇ ਟਹਿਲੂਏ ਗ੍ਰੰਥੀ ਲਈ ਅਤੇ ਸੱਚੇ ਪਾਤਸ਼ਾਹ ਤੇਰੇ ਲਈ ਇੰਨੀ ਮਾਇਆ ਅਰਦਾਸ ਕਰਾਈ, ਜਿਸ ਖਜ਼ਾਨੇ ਵਿੱਚੋਂ ਸਾਨੂੰ ਸਾਰਿਆਂ ਨੂੰ
ਏਡੇ ਤਗੜੇ ਗੱਫੇ ਮਿਲੇ ਹਨ। ਸੱਚੇ ਪਾਤਸ਼ਾਹ ਜੀ ਸੇਵਕਾਂ ਦੇ ਉਹ ਖਜ਼ਾਨੇ ਭਰਪੂਰ ਰੱਖਣੇ। ਕੀ ਪਤਾ ਲੱਗੇ ਕਿ ਇਸ ਦਰਬਾਰ ਵਿੱਚ ਮੰਗਤਾ ਕੌਣ ਹੈ ਤੇ ਦਾਤਾ ਕੌਣ ਹੈ। ਕੀ ਸਤਿਗੁਰਾਂ ਦਾ ਅਥਵਾ ਰੱਬ ਜੀ ਦਾ ਸ਼ੁਕਰਾਨਾ ਇੰਨੇ ਰੌਲੇ ਗੌਲੇ ਤੋਂ ਬਿਨਾਂ ਹੋ ਨਹੀਂ ਸਕਦਾ। ਕਿ ਉਸ ਸੇਵਕ ਨੂੰ ਏਡੇ ਤਕੜੇ ਸਮਾਗਮ ਵਿੱਚ ਹੀ ਸ਼ੁਕਰੀਆ ਅਦਾ ਕਰਨ ਦਾ ਖਿਆਲ ਆਉਂਦਾ ਹੈ। ਅਸਲ ਵਿੱਚ ਤਾਂ ਘਰ ਵਾਲੇ ਇਹ ਕਹਿ ਰਹੇ ਹੁੰਦੇ ਹਨ, ਹੇ ਦਸਾਂ ਗੁਰਾਂ ਦੀ ਜੋਤ ਗੁਰੂ ਜੀ, ਜੇ ਤੂੰ ਸਾਨੂੰ ਕਾਕਾ ਨਾ ਬਖਸ਼ਦਾ ਤਾਂ ਤੇਰਾ ਚੇਤਾ ਸਾਨੂੰ ਕਿੱਥੋਂ ਆਉਣਾ ਸੀ। ਭਾਣਾ ਇਹ ਵਰਤ ਚੁੱਕਾ ਹੈ ਕਿ ਅਸੀਂ ਬ੍ਰਾਹਮਣੀ ਸੰਸਕਾਰਾਂ ਨੂੰ ਵੀ ਪਿੱਛੇ ਛੱਡ ਤੁਰੇ ਹਾਂ ਅਤੇ ਬੱਚੇ ਦੇ ਜਨਮ 'ਤੇ ਅਜਿਹੇ ਖੁਸ਼ੀ ਸਮਾਗਮ ਰਚ ਕੇ ਆਪਣੇ ਸਤਿਗੁਰਾਂ ਤੋਂ ਬਗਾਵਤ ਦਾ ਐਲਾਨ ਕਰ ਰਹੇ ਹੁੰਦੇ ਹਾਂ, ਜਿਸ ਪਾਵਨ ਸਰੂਪ ਨੂੰ ਵਰਤ ਕੇ ਅਸੀਂ ਲੋਕਾਂ ਵਿੱਚ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਕੇ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹੁੰਦੇ ਹਾਂ। ਸੱਚ ਦਾ ਰੂਪ ਬਣਾਉਣ ਲਈ ਉਸ ਦੀ ਯਾਦ ਕਰਾਉਂਦੇ ਰਹਿਣ ਵਾਲੇ ਸਦੀਵੀ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਜੋ ਜਨਮੈ ਤਿਸ ਸਰ ਪਰ ਮਰਨਾ। ਜਨਮ ਲੈਣ ਵਾਲਾ ਭਾਵੇਂ ਰੱਬ ਦਾ ਅਵਤਾਰ ਹੋਵੇ ਤੇ ਭਾਵੇਂ ਰੱਬ ਦਾ ਸਕਾ ਬੇਟਾ ਜਾਂ ਉਸ ਦਾ ਬੜਾ ਪਿਆਰਾ ਪੈਗੰਬਰ ਹੋਵੇ, ਸਰੀਰ ਕਰਕੇ ਸਦਾ ਜੀਵਤ ਨਹੀਂ ਰਹਿ ਸਕਦਾ। ਜਨਮ ਦੇ ਨਾਲ ਮੌਤ ਦੀ ਯਾਦ ਆਉਣੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਪਰ ਸਾਨੂੰ ਮਰਨ ਦਿਨ ਤਾਂ ਕੀ ਯਾਦ ਆਉਣਾ ਹੈ। ਉਲਟਾ ਪੱਛਮੀ ਦੇਸ਼ਾਂ ਦਾ ਰਿਵਾਜ ਰੂਪੀ ਅਜਿਹਾ ਰੋਗ ਅਸਾਂ ਸਹੇੜ ਲਿਆ ਹੈ, ਜਿਹੜਾ ਨਿਰੀ ਹਉਮੈ ਹੀ ਹਉਮੈ ਹੈ। ਹਰ ਸਾਲ ਬੱਚਿਆਂ ਦਾ ਅਤੇ ਕਈ ਘਰਾਂ ਵਿੱਚ ਵੱਡਿਆਂ ਬੁੱਢਿਆਂ ਦਾ ਵੀ ਜਨਮ ਦਿਨ ਮਨਾਇਆ ਜਾਂਦਾ ਹੈ। ਮੋਮਬੱਤੀਆਂ ਜਗਾ ਕੇ ਉਚੇਚੇ ਟਸ਼ਨਾਂ ਨਾਲ ਬੁਝਾਈਆਂ ਜਾਂਦੀਆਂ ਹਨ। ਕੇਕ ਝਟਕਾਇਆ ਜਾਂਦਾ ਹੈ। ਹੈਪੀ ਬਰਥਡੇ ਟੂ ਯੂ ਦੀਆਂ ਹੇਕਾਂ ਨਾਲ ਤਾੜੀਆਂ ਦੀ ਗੂੰਜ ਪੈ ਰਹੀ ਹੁੰਦੀ ਹੈ। ਤੋਹਫੇ ਗਿਫਟ ਲਏ ਖੋਲ੍ਹੇ ਜਾਂਦੇ ਹਨ। ਕਈ ਗੁਰੂ ਦੇ ਲਾਲਾਂ ਨੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਉਪਰੋਕਤ ਸਾਰਾ ਕੁਝ ਕਰਨ ਨੂੰ ਸਿੱਖੀ ਦਾ ਅੰਗ ਬਣਾ ਲਿਆ ਹੈ। ਪਰ ਹਉਮੈ ਦੇ ਪ੍ਰਗਟਾਵੇ ਦੇ ਸਿਖਰ ਵਾਲੇ ਮਾਹੌਲ ਵਿੱਚ ਰੱਬ ਅਥਵਾ ਗੁਰੂ ਪਰਮੇਸ਼ਰ ਦੀ ਯਾਦ ਨੂੰ ਥਾਂ ਕਿੱਥੇ, ਕਿਉਂਕਿ ਜਿੱਥੇ ਹਉਮੈ ਹੈ ਉੱਥੇ ਰੱਬ ਲਈ ਥਾਂ ਹੋ ਹੀ ਨਹੀਂ ਸਕਦੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਠਾਂਏ। ਪੰਨਾ 560। ਇਸ ਗੁਰੂ ਫਰਮਾਨ ਦੀ ਯਾਦ ਜਾਂ ਪਛਾਣ ਦਾ ਸਮਾਂ ਕਿੱਥੇ। ਸਤਿਗੁਰਾਂ ਦੇ ਹੁਕਮਾਂ ਤੋਂ ਲਾਪਰਵਾਹ ਹੋ ਕੇ ਰੱਬ ਤੋਂ ਆਕੀ ਹੋਣ ਦਾ ਐਲਾਨ ਹਰ ਸਾਲ ਕੀਤਾ ਜਾਂਦਾ ਹੈ। ਗੁਰੂ ਅਤੇ ਰੱਬ ਤੋਂ ਦੂਰ ਲੈ ਜਾਣ ਵਾਲੇ ਇਹ ਸਭ ਕੁਝ ਨੂੰ ਉਮਰ ਵਧਾਉਣ ਦਾ ਦਾਰੂ ਮੰਨਿਆ ਜਾ ਰਿਹਾ ਹੁੰਦਾ ਹੈ। ਹਾਲਾਂਕਿ ਗੁਰੂ ਫਰਮਾਨ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਪੰਨਾ 142। ਮਾਇਆ ਬਿਖ ਤੋਂ ਉਪਜ ਰਹੀ ਹਉਮੈ ਦਾ ਪ੍ਰਗਟਾਵਾ ਆਤਮਕ ਮੌਤੇ ਮਰਨ ਦਾ ਉਪਰਾਲਾ ਹੀ ਤਾਂ ਹੈ। ਖੁਸ਼ੀ ਦੇ ਸਮੇਂ ਕੱਪੜਿਆਂ ਤੋਂ ਬਾਹਰ ਹੋ ਪੈਣ ਵਾਲੇ ਮਨੁੱਖ ਦੁੱਖ ਦੇ ਸਮੇਂ ਦੁਖੀ ਉਸ ਤੋਂ ਵੀ ਵੱਧ ਹੁੰਦੇ ਹਨ। ਜੇ ਬੱਚਾ ਬਿਨ ਸਜਾਏ ਤਾਂ ਅਜਿਹੇ ਮਨੁੱਖ ਧਾਹਾਂ ਮਾਰਦੇ ਰੋਂਦੇ ਪਿੱਟਦੇ ਕੰਧਾਂ ਨੂੰ ਟੱਕਰਾਂ ਮਾਰਦੇ ਵੀ ਵੇਖੇ ਜਾਂਦੇ ਹਨ। ਧੀਆਂ ਪੁੱਤਰਾਂ ਦਾ ਅਤੇ ਹੋਰ ਸਾਕ ਸੰਬੰਧੀਆਂ ਦਾ ਮੋਹ ਵੀ ਮਾਇਆ ਦਾ ਮਨਮੋਹਣਾ ਰੂਪ ਹੀ ਹੈ। ਫਿਰ ਅਜਿਹੇ ਮਾਇਆ ਗ੍ਰਸੇ ਲੋਕ ਆਪਣੀ ਸੁੱਧ ਬੁੱਧ ਇੱਥੋਂ ਤੱਕ ਗਵਾ ਲੈਂਦੇ ਹਨ ਕਿ ਬਾਹਾਂ ਖੜੀਆਂ ਕਰਕੇ ਰੱਬ ਨੂੰ ਸੰਬੋਧਨ ਕਰਕੇ ਜਨਾਨੀਆਂ ਵਾਂਗ ਵੈਣ ਪਾਉਣੀ ਸੁਰ ਵਿੱਚ ਮੂੰਹੋਂ ਬੇਥਵਾ ਅਰਲ-ਬਲ ਬੋਲ ਰਹੇ ਹੁੰਦੇ ਨੇ, ਹਾਏ ਰੱਬਾ ਅਜੇ ਕੱਲ੍ਹ ਮੈਂ ਤੇਰੀ ਮਕਾਨ ਕੀਤੀ, ਅਖੰਡ ਪਾਠ 'ਤੇ ਮੈਂ 40,000 ਖਰਚਿਆ, ਭਾਈ ਤੇ ਪਾਠੀਆਂ ਨੂੰ ਵੀ ਵਿੱਤੋਂ ਵੱਧ ਰਜਾਇਆ, ਓਏ ਤੇਰੇ ਮੂਹਰੇ ਲੰਮੀਆਂ ਲੰਮੀਆਂ ਅਰਦਾਸਾਂ ਵੀ ਕਰਾਈਆਂ, ਹਾਏ ਰੱਬਾ ਭਾਈ ਜੀ ਨੇ ਬੜਾ ਵਧੀਆ ਹੁਕਮਨਾਮਾ ਸੁਣਾ ਕੇ ਤੇਰੇ ਕੋਲ ਹੀ ਵਧਾਈਆਂ ਦਿੱਤੀਆਂ, ਹਾਏ ਓਏ ਸਾਰਿਆਂ ਨੇ ਰਲ ਮਿਲ ਕੇ ਮੈਨੂੰ ਲੁੱਟ ਲਿਆ, ਹਾਏ ਓ ਰੱਬਾ ਤੈਨੂੰ ਜਰਾ ਸ਼ਰਮ ਨਾ ਆਈ, ਮੇਰਾ ਸੁੱਖੀ ਲੱਧਾ ਕਾਕਾ ਲੈ ਲਿਆ, ਤੇਰਾ ਕੱਖ ਨਾ ਰਹੇ ਓ ਰੱਬਾ, ਤੈਨੂੰ ਵਿਹਲੇ ਨੂੰ ਮੇਰਾ ਘਰ ਹੀ ਲੱਭਾ ਸੀ ਕਹਿ ਢਾਉਣ ਨੂੰ, ਓਏ ਲੋਕੋ ਅੱਜ ਤੁਸੀਂ ਮੈਨੂੰ ਕੀ ਮੱਤਾਂ ਦਿੰਦੇ ਹੋ। ਅਜੇ ਕੱਲ੍ਹ ਜਦੋਂ ਮਹਾਂਪ੍ਰਸ਼ਾਦ ਦੇ ਕੌਲੇ ਭਰ ਭਰ ਖਾਈ ਜਾਂਦੇ ਸੀ, ਓਏ ਜਦੋਂ ਗਲਾਸ ਭਰ ਭਰ ਕੇ ਸ਼ਰਾਬਾਂ ਪੀਵੀ ਜਾਂਦੇ ਸੀ, ਉਦੋਂ ਤਾਂ ਕਹਿੰਦੇ ਸੋ ਕਿ ਜਿਹੜੇ ਕਾਕੇ ਦੇ ਜਨਮ 'ਤੇ ਭਗਵਾਨ ਸਿੰਘ ਨੇ ਏਡਾ ਪੁੰਨ ਕੀਤਾ ਹੈ, ਉਹ ਕਾਕਾ ਘੱਟੋ ਘੱਟ 100 ਵਰ੍ਹਿਆਂ ਦੀ ਉਮਰ ਤਾਂ ਜ਼ਰੂਰ ਹੀ ਭੋਗੇਗਾ। ਅੱਜ ਕਹਿੰਦੇ ਹੋ ਰੱਬ ਨੂੰ, ਇਉਂ ਨਹੀਂ ਕਹੀਦਾ। ਆਦ ਆਦ ਘਰ ਵਿੱਚ ਹਾਹਾਕਾਰ ਮੱਚੀ ਹੁੰਦੀ ਹੈ। ਏਡਾ ਦੁੱਖ ਮੁੰਡੇ ਦੇ ਬਿਨ ਸਜਾਣ ਦਾ ਨਹੀਂ ਹੁੰਦਾ, ਜਿੱਡਾ ਵੱਡਾ ਦੁੱਖ ਉਸ ਦੇ ਜਨਮ 'ਤੇ ਖੁਸ਼ੀਆਂ ਮਨਾਉਣ ਲਈ ਕੀਤੇ ਖੁੱਲ੍ਹੇ ਖਰਚਾਂ ਨੂੰ ਅਤੇ ਰਾਗ ਰੰਗ ਅਤੇ ਘੜਮ ਚੌਦਿਆਂ ਵੇਲੇ ਪਾਏ ਭੰਗੜਿਆਂ ਨੂੰ ਯਾਦ ਕਰਕੇ ਹੋ ਰਿਹਾ ਹੁੰਦਾ ਹੈ। ਅੱਜ ਉਹ ਕੁਝ ਨਹੀਂ ਕਰ ਸਕਦਾ ਜੋ ਕੁਝ ਕੱਲ੍ਹ ਕਰ ਰਿਹਾ ਸੀ। ਅੱਜ ਉਹ ਬੋਲੀ ਨਹੀਂ ਬੋਲ ਸਕਦਾ
ਜਿਹੜੀ ਕੱਲ੍ਹ ਬੋਲ ਰਿਹਾ ਸੀ। ਉਹੀ ਲੋਕ ਜਿਹੜੇ ਕੱਲ੍ਹ ਵਧਾਈਆਂ ਦੇ ਰਹੇ ਸਨ, ਅੱਜ ਉਹੀ ਕਥਿਤ ਸੱਜਣ ਆਪਣੇ ਯਾਰ ਦਾ ਰਚਿਆ ਸੋਗ ਤਮਾਸ਼ਾ ਵੇਖ ਰਹੇ ਹੁੰਦੇ ਹਨ। ਕੱਲ੍ਹ ਦਾ ਸੁਖੀ ਅੱਜ ਅਤ ਦੁਖੀ ਹੈ। ਜਗਤ ਨੂੰ ਸੁਖੀ ਬਣਾਉਣ ਆਏ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਦਾ ਸੁਖੀ ਰਹਿਣ ਵਾਲੀ ਜੀਵਨ ਜੁਗਤ ਦਾ ਭੇਦ ਸਮਝਾਉਂਦਿਆਂ ਫਰਮਾਨ ਕੀਤਾ ਹੈ। ਗੁਰ ਕਾ ਕਹਿਆ ਜੇ ਕਰੇ ਸੁਖੀ ਹੋ ਸੁਖ ਸਾਰ, ਗੁਰ ਕੀ ਕਰਨੀ ਭਉ ਕਟੀਐ ਨਾਨਕ ਪਾਵੇਂ ਪਾਰ। ਪੰਨਾ 1248। ਅਰਥ, ਇਹ ਮਨ ਜੇ ਸਤਿਗੁਰਾਂ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁੱਖਾਂ ਵਿੱਚੋਂ ਚੋਣਵਾਂ ਸੁੱਖ ਮਿਲਦਾ ਹੈ। ਸਤਿਗੁਰਾਂ ਦੀ ਦੱਸੀ ਹੋਈ ਕਾਰ ਕੀਤਿਆਂ ਡਰ ਦੂਰ ਹੋ ਜਾਂਦਾ ਹੈ। ਜੇ ਤੂੰ ਗੁਰੂ ਵਾਲੀ ਕਰਨੀ ਕਰੇਗਾ, ਤੂੰ ਭਉ ਦਾ ਪਾਰਲਾ ਕੰਢਾ ਲੱਭ ਲਏਗਾ, ਭਾਵ ਭਉ ਸਾਗਰ ਤੋਂ ਪਾਰ ਲੰਘ ਜਾਏਗਾ। ਸੁੱਖ ਦੀ ਪ੍ਰਾਪਤੀ ਸਤਿਗੁਰਾਂ ਦੇ ਹੁਕਮ ਵਿੱਚ ਹੈ ਅਤੇ ਸਤਿਗੁਰਾਂ ਨੇ ਜਪ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਕਰਮਕਾਂਡੀ ਵਿਧੀਆਂ ਨਾਲ ਪਰਮਾਤਮਾ ਨੂੰ ਪਾਉਣ ਦੀ ਸਿਆਣਪ ਨੂੰ ਨਿਸਫਲ ਫਰਮਾ ਦਿੱਤਾ ਸੀ। ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਅਜਿਹੀਆਂ ਕਰਮਕਾਂਡੀ ਸਿਆਣਪਾਂ ਦਾ ਤਿਆਗ ਕਰਕੇ ਪਰਮਾਤਮਾ ਦੀ ਸਦੀਵੀ ਯਾਦ ਵਿੱਚ ਟਿਕੇ ਰਹਿਣ ਵਿੱਚ ਸੁੱਖ ਦੀ ਪ੍ਰਾਪਤੀ ਦਾ ਉਪਦੇਸ਼। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਉ ਜਾਏ। ਪੰਨਾ 281। ਸਤਿਗੁਰੂ ਸੇਵਨਿ ਆਪਣਾ ਤੇ ਵਿਰਲੇ ਸੰਸਾਰ, ਹਉਮੈ ਮਮਤਾ ਮਾਰ ਕੈ ਹਰ ਰਾਖਿਆ ਉਰ ਧਾਰ। ਹਉ ਤਿਨ ਕੈ ਬਲਿਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ, ਸੋਈ ਸੁਖੀਏ ਚਹੁ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ। ਪੰਨਾ 26। ਅਰਥ, ਜਗਤ ਵਿੱਚ ਉਹ ਬੰਦੇ ਵਿਰਲੇ ਹਨ ਜਿਹੜੇ ਪਿਆਰੇ ਸਤਿਗੁਰ ਦੀ ਸ਼ਰਨ ਲੈਂਦੇ ਹਨ, ਜਿਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਟਿਕਾਉਂਦੇ ਹਨ। ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਨ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿੱਚ ਹੀ ਪ੍ਰੇਮ ਬਣਿਆ ਰਹਿੰਦਾ ਹੈ। ਉਹੀ ਬੰਦੇ ਚਹੁ ਜੁਗੀ ਕਥਿਤ ਚੌਹਾਂ ਹੀ ਯੁਗਾਂ ਵਿੱਚ ਅਰਥਾਤ ਸਦਾ ਹੀ ਸੁਖੀ ਰਹਿੰਦੇ ਹਨ, ਜਿਨ੍ਹਾਂ ਦੇ ਪਾਸ ਕਦੇ ਨਾ ਮੁੱਕਣ ਵਾਲਾ ਬੇਅੰਤ ਨਾਮ ਧਨ ਦਾ ਖਜ਼ਾਨਾ ਹੈ। ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰਖਿਆ ਉਰ ਧਾਰ। ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ। ਪੰਨਾ 55। ਅਰਥ, ਜਿਨ੍ਹਾਂ ਬੰਦਿਆਂ ਨੇ ਸਦਾ ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਿਕ ਸੁੱਖ ਮਾਣਦੇ ਹਨ। ਉਹ ਆਪਣੀ ਹਉਮੈ ਅਤੇ ਮਾਇਆ ਵਾਲੀ ਤ੍ਰਿਸ਼ਨਾ ਮਾਰ ਕੇ ਸਦਾ ਥਿਰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਦੇ ਹਨ। ਜਗਤ ਵਿੱਚ ਆਉਣ ਦਾ ਪਰਮਾਤਮਾ ਦਾ ਇੱਕ ਨਾਮ ਹੀ ਲਾਭ ਹੈ ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ ਗੁਰੂ ਦੀ ਦਸੀ ਸਿੱਖਿਆ ਦੀ ਰਾਹੀਂ ਮਿਲ ਸਕਦਾ ਹੈ। ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਪੰਨਾ 219। ਭਾਵ, ਜਿਹੜਾ ਮਨੁੱਖ ਸੁੱਖ ਵੇਲੇ ਹੰਕਾਰ ਵਿੱਚ ਨਹੀਂ ਆਉਂਦਾ ਅਤੇ ਦੁੱਖ ਸਮੇਂ ਘਾਬਰਦਾ ਨਹੀਂ, ਜਿਹੜਾ ਮਨੁੱਖ ਕਿਸੇ ਆਦਰ ਮਿਲ ਜਾਣ 'ਤੇ ਉਚੇਚਾ ਪ੍ਰਭਾਵਿਤ ਨਹੀਂ ਹੁੰਦਾ ਅਤੇ ਜੇ ਕੋਈ ਵਿਅਕਤੀ ਉਸ ਦੀ ਨਿਰਾਦਰੀ ਕਰ ਦੇਵੇ ਤਾਂ ਵੀ ਕੋਈ ਪਰਵਾਹ ਨਹੀਂ ਕਰਦਾ, ਅਰਥਾਤ ਜਿਹੜਾ ਮਨੁੱਖ ਦੁੱਖ ਸੁੱਖ ਆਦਰ ਅਤੇ ਨਿਰਾਦਰੀ ਨੂੰ ਇੱਕ ਸਮਾਨ ਜਾਣਦਾ ਹੈ, ਸਮਝ ਲਓ ਕਿ ਉਸ ਨੇ ਜਗਤ ਵਿੱਚ ਜੀਵਨ ਦਾ ਭੇਦ ਸਮਝ ਲਿਆ ਹੈ। ਗੁਰਮਤਿ ਦੇ ਸਿਧਾਂਤ ਨੂੰ ਕਿਸੇ ਸਮੇਂ ਵੀ ਨਹੀਂ ਵਿਸਾਰਨਾ ਚਾਹੀਦਾ ਕਿ ਮੌਤ ਅਟਲ ਸੱਚਾਈ ਹੈ, ਜਦ ਕਿ ਜ਼ਿੰਦਗੀ ਅਜਿਹਾ ਝੂਠ ਹੈ ਜਿਸ ਬਾਰੇ ਜ਼ਰਾ ਵੀ ਭਰੋਸਾ ਨਹੀਂ ਕਿ ਇਹ ਕਿਸ ਸਮੇਂ ਸੁਪਨਾ ਬਣ ਜਾਵੇ। ਫਿਰ ਝੂਠ ਦੀ ਖੁਸ਼ੀ ਵਿੱਚ ਸੱਚ ਨੂੰ ਭੁੱਲ ਜਾਣਾ ਗੁਰਮਤਿ ਨਹੀਂ ਹੈ। ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਦਕ ਲਾੜ ਧਰ, ਪੇਖਤ ਹੀ ਜਮਰਾਓ ਹਸੈ। ਪੰਨਾ 91। ਜਵਾਨ ਹੋ ਰਹੇ ਪੁੱਤ ਨੂੰ ਲਾੜ ਕਰ ਕਰਕੇ ਖੁਸ਼ੀ ਨਾਲ ਪਾਗਲ ਹੋ ਰਹੀ ਮਾਂ ਕੀ ਜਾਣੇ ਕਿ ਉਸ ਦੇ ਲੜਕੇ ਨੂੰ ਅੱਜ ਸੱਪ ਨੇ ਡਸ ਲੈਣਾ ਹੈ, ਉਸ ਨੇ ਟਰੱਕ ਹੇਠ ਆ ਜਾਣਾ ਹੈ, ਉਸ ਦੇ ਦਿਲ ਦੀ ਧੜਕਣ ਬੰਦ ਹੋ ਜਾਣੀ ਹੈ, ਉਸ ਨੇ ਕੰਧ ਤੋਂ ਡਿੱਗ ਪੈਣਾ। ਕੀ ਭਰੋਸਾ ਹੈ ਕਿਸ ਵੇਲੇ ਕੀ ਭਾਣਾ ਵਰਤ ਜਾਣਾ ਹੈ। ਇਸੇ ਲਈ ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿਣਾ ਗੁਰਮਤਿ ਹੈ। ਸਤਿਗੁਰਾਂ ਦਾ ਉਪਦੇਸ਼ ਹੈ ਕਿ ਅਸੀਂ ਸਦਾ ਗੁਰੂ ਦੇ ਹੁਕਮ ਅਨੁਸਾਰ ਚੱਲਦਿਆਂ ਆਪਣੇ ਵਿੱਚ ਉੱਚੇ ਗੁਣ ਬਣਾਈ ਰੱਖਣ ਲਈ ਯਤਨਸ਼ੀਲ ਰਹਿਣਾ ਹੀ ਸਿੱਖੀ ਹੈ। ਅਹੰਕਾਰ ਪੈਦਾ ਕਰਨ ਵਾਲੇ ਕਰਮਕਾਂਡੀ ਸੰਸਕਾਰਾਂ ਦੇ ਉਚੇਚੇ ਚੱਕਰ ਵਿੱਚ ਪੈਣ ਦੀ ਪ੍ਰਵਾਨਗੀ ਗੁਰਬਾਣੀ ਵਿੱਚ ਬਿਲਕੁਲ ਨਹੀਂ ਹੈ। ਹਿੰਦੂ ਦੇ ਸੰਸਕਾਰ ਸਮਾਗਮ ਹਿੰਦੂ ਦੇ ਧਰਮ ਦਾ ਹੀ ਹਿੱਸਾ ਹਨ।
ਸਾਡੀ ਸਮੱਸਿਆ ਇਹ ਹੈ ਕਿ ਸਾਡਾ ਧਰਮ ਅਜਿਹੇ ਰੀਤੀ ਰਿਵਾਜਾਂ ਦੀ ਮਨਾਹੀ ਕਰਦਾ ਹੈ। ਪੁਰਾਣਕ ਕਾਲ ਤੋਂ ਬ੍ਰਾਹਮਣੀ ਸੋਚ ਦੀ ਉਪਜ ਪ੍ਰਚਲਿਤ ਸਮਾਜੀ ਰੀਤੀ ਰਿਵਾਜਾਂ ਨਾਲ ਗੁਰਮਤਿ ਦਾ ਕੋਈ ਵਾਸਤਾ ਨਹੀਂ ਹੈ। ਜਨਮ ਸਮੇਂ ਅਥਵਾ ਵਿਆਹ ਸ਼ਾਦੀਆਂ ਦੇ ਗਾਉਣ ਵਜਾਉਣ, ਗਿੱਧਾ ਨਾਚ ਅਤੇ ਹੋਰ ਕਈ ਸ਼ਗਨ ਜਿਨ੍ਹਾਂ ਵਿੱਚ ਬ੍ਰਾਹਮਣ, ਨਾਈ, ਝੀਵਰ ਆਦਿ ਲਾਗੀ ਵਾਰਨੇ ਆਦਿ ਦੀਆਂ ਰਸਮਾਂ ਸਾਂਭ ਰਹੇ ਹੁੰਦੇ ਹਨ, ਇਹ ਸਾਰਾ ਝੰਜਟ ਅਸਾਂ ਬ੍ਰਾਹਮਣ ਤੋਂ ਹੀ ਲਿਆ ਹੈ। ਬ੍ਰਾਹਮਣੀ ਜੀਵਨ ਮਰਜ਼ਾਦਾ ਨੇ ਮਨੁੱਖ ਦੇ ਆਚਰਨ ਨੂੰ ਕਮਜ਼ੋਰ ਬਣਾ ਦਿੱਤਾ ਸੀ। ਅਜਿਹੀਆਂ ਖੁਸ਼ੀਆਂ ਕੇਵਲ ਗੁਰੂ ਪਰਮੇਸ਼ਰ ਨਾਲ ਹੀ ਸਾਂਝੀਆਂ ਕਰਨੀਆਂ ਸਿੱਖੀ ਦੀ ਧਾਰਮਿਕ ਮਰਜ਼ਾਦਾ ਹੋਣੀ ਚਾਹੀਦੀ ਹੈ। ਮਨੁੱਖਾਂ ਨੂੰ ਇਕੱਤਰ ਕਰਕੇ ਖੁਸ਼ੀ ਦਾ ਪ੍ਰਗਟਾਵਾ ਹੰਕਾਰ ਨੂੰ ਪੱਠੇ ਪਾਉਣਾ ਹੈ ਅਤੇ ਅਜਿਹੇ ਰੌਲੇ ਗੋਲੇ ਵਾਲਾ ਸ਼ੁਕਰਾਨਾ ਅਤੇ ਖੁਸ਼ੀ ਦਾ ਪ੍ਰਗਟਾਵਾ ਛਿਨ ਭੰਗਰ ਲਈ ਹੀ ਹੁੰਦਾ ਹੈ। ਜਿੰਨਾ ਬਹੁਤਾ ਖਿਲਾਰੇ ਵਾਲਾ ਖੁਸ਼ੀ ਦਾ ਪ੍ਰਦਰਸ਼ਨ ਹੁੰਦਾ ਹੈ, ਓਨੀ ਵੱਧ ਪਰੇਸ਼ਾਨੀ, ਓਨਾ ਵੱਧ ਹੰਕਾਰ ਅਤੇ ਓਨੀ ਵੱਧ ਪ੍ਰਭੂ ਤੋਂ ਦੂਰੀ ਬਣਦੀ ਹੈ। ਅਜਿਹੇ ਝੂਠੇ ਅਡੰਬਰਾਂ ਨਾਲ ਵਿਕਾਰਾਂ ਦੇ ਆ ਵੜਨ ਲਈ ਰਸਤਾ ਤਿਆਰ ਹੋ ਜਾਂਦਾ ਹੈ। ਮਨਮੁਖ ਹਉਮੈ ਮਾਇਆ ਸੂਤੇ, ਆਪਣਾ ਘਰ ਨਾ ਸੰਭਾਲੇ ਅੰਤ ਵਿਗੂਤੈ, ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ, ਦੁਖੇ ਦੁਖ ਨਿਵਾਸੀ ਹੈ। ਪੰਨਾ 1049। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ, ਦੂਜੇ ਕਾਂਡ ਦਾ ਪਹਿਲਾ ਭਾਗ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।